ਚੰਗਾ ਨਾਰੀਅਲ ਖਾਣ ਵਾਸਤੇ ਘਰੇ ਘੱਟ ਹੀ ਲਿਆਉਂਦੇ। ਮੈਨੂੰ ਪਤਾ ਅਜੇ ਸਾਡਾ ਹਿੰਦੁਸਤਾਨੀਆਂ ਦਾ ਇਹੋ ਜਿਹਾ ਸੱਭਿਆਚਾਰ ਨਹੀਂ ਹੋਇਆ ਕਿ ਇਹ ਕੱਚਾ ਨਾਰੀਅਲ ਜਾਂ ਪੱਕਾ ਨਾਰੀਅਲ ਘਰੇ ਖਾਣ ਵਾਸਤੇ ਲਿਆਉਂਦੇ ਹੁਣ ਬੜੀ ਤਾਕਤ ਵਾਲੀ ਚੀਜ਼ ਹੈ। ਇਹ ਜਦੋਂ ਵੀ ਲਿਆਉਂਦੇ ਆ ਸਿਰ ਵਾਰ ਕੇ ਪਾਣੀ 'ਚ ਸਿੱਟਣ ਵਾਸਤੇ ਹੀ ਲਿਆਉਂਦੇ ਆ 95%। ਔਰ ਕਰੋੜਾਂ ਰੁਪਏ ਦੇ ਨਾਰੀਅਲ ਸਾਡੇ ਵਿਅਰਥ ਜਾਂਦੇ ਨੇ ਤੇ ਪ੍ਰਵਾਸੀ ਮਜ਼ਦੂਰ ਇਹ ਤੋਂ ਵਪਾਰ ਕਰ ਲੈਂਦੇ ਨੇ। ਉਹ ਕਹਿੰਦੇ ਅਸੀਂ ਕਿਹੜਾ ਖਾਣਾ, ਇਹਨਾਂ ਨੂੰ ਹੀ ਖਵਾਉਣਾ। ਇਹੀ ਪਾਗਲ ਨੇ, ਇਹਨਾਂ ਤੋਂ ਹੀ ਪੈਸੇ ਲੈ ਲਓ। ਪਹਿਲਾਂ 20 ਰੁਪਏ ਦਾ ਖਰੀਦਿਆ, ਫਿਰ 40 ਰੁਪਏ ਦੀਆਂ ਉਹਦੀਆਂ ਗਿਰੀਆਂ ਫਿਰ ਖਾਧੀਆਂ, 60 ਰੁਪਏ ਪੱਲਿਓਂ ਗਏ। ਇਹ ਜਿਹੜਾ ਪਖੰਡ ਸੀ, ਖਾਸ ਕਰਕੇ ਜਦੋਂ ਅਸੀਂ ਅੰਮ੍ਰਿਤ ਵੇਲੇ ਜਾਪ ਸਾਹਿਬ ਪੜ੍ਹਦੇ ਹਾਂ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜਾਪ ਸਾਹਿਬ ਵਿੱਚ ਵੀ ਇਹ ਬਚਨ ਆਉਂਦਾ, ਨਮੋ ਮੰਤਰ ਮੰਤਰੰ, ਨਮੋ ਜੰਤਰ ਜੰਤਰੰ, ਨਮੋ ਇਸ਼ਟ ਇਸ਼ਟ, ਨਮੋ ਤੰਤਰ ਤੰਤਰੰ। ਐ ਪ੍ਰਭੂ ਤੇਰਾ ਨਾਮ ਹੀ ਜੰਤਰਾਂ ਤੋਂ ਵੱਡਾ ਜੰਤਰ ਹੈ, ਮੰਤਰਾਂ ਤੋਂ ਵੱਡਾ ਮੰਤਰ ਹੈ, ਤੰਤਰਾਂ ਤੋਂ ਵੱਡਾ ਤੰਤਰ ਹੈ। ਨਮੋ ਇਸ਼ਟ ਇਸ਼ਟ, ਵੀ ਤੁਸੀਂ ਅਨੇਕ ਤਰ੍ਹਾਂ ਦੇ ਇਸ਼ਟ ਮਿਥੇ ਹੋਏ ਨੇ। ਮੀਂਹ ਪਾਉਣ ਵਾਲਾ ਇਸ਼ਟ ਹੋਰ ਹੈ, ਹਵਾ ਲਿਆਉਣ ਵਾਲਾ ਇਸ਼ਟ ਹੋਰ ਹੈ, ਸੂਰਜ ਦੇਵਤਾ ਹੋਰ ਹੈ, ਚੰਦਰਮ ਦੇਵਤਾ ਹੋਰ ਹੈ, ਤੁਹਾਡੇ ਕਬਰਾਂ ਮੜੀਆਂ ਦੇ ਇਸ਼ਟ ਹੋਰ ਨੇ, ਤੁਹਾਡੇ ਵਿਆਹਾਂ ਸ਼ਾਦੀਆਂ ਨਾਲ ਇਸ਼ਟ ਹੋਰ ਨੇ। ਕਿਤੇ ਤੁਸੀਂ ਮਿੱਟੀ ਕੱਢਣ ਜਾਂਦੇ ਹੋ, ਕਿਤੇ ਤੁਸੀਂ ਕੁਛ ਕਰਨ ਜਾਂਦੇ ਹੋ। ਸਤਿਗੁਰਾਂ ਨੇ ਕਿਹਾ ਕਿ ਜਿਹੜਾ ਪ੍ਰਭੂ ਦਾ ਨਾਮ ਹੈ ਸਾਰਿਆਂ ਇਸ਼ਟਾਂ ਤੋਂ ਵੱਡਾ ਇਸ਼ਟ ਹੈ, ਕਿਉਂਕਿ ਇਹ ਤੁਹਾਡੀ ਨਾਮ ਨੇ ਮਾਨਸਿਕ ਸ਼ਕਤੀ ਨੂੰ ਕਾਇਮ ਰੱਖਣਾ। ਜਿਹਦਾ ਮਨ ਡੋਲ ਗਿਆ ਉਹ ਬਹੁਤ ਸਾਰੇ ਥਾਵਾਂ 'ਤੇ ਝੁਕਦਾ ਫਿਰੇਗਾ, ਡਰਦਾ ਫਿਰੇਗਾ। ਸਤਿਗੁਰਾਂ ਨੇ ਕਿਹਾ ਕਿ ਮੇਰਾ ਸਿੱਖ ਇੱਕ ਅਕਾਲ ਦਾ ਪੁਜਾਰੀ ਹੈ। ਇੱਕ ਅਸੀਂ ਆਮ ਤੌਰ 'ਤੇ ਵੇਖਾ ਵੇਖੀ ਜਿਹੜੇ ਹਿੰਦੁਸਤਾਨ ਦੇ ਲੋਕ ਆ ਨਾ, ਇਹ ਕਰਮਕਾਂਡੀ ਜ਼ਿਆਦੇ ਨੇ। ਸਾਰ ਕਿਤਾਬਲੀ ਗ੍ਰੰਥ ਵਿੱਚ ਆਉਂਦਾ, ਜਗਤ ਕੀ ਭੇਡਾ ਚਾਲ ਚਲਤੇ ਕੇ ਪਿੱਛੇ ਚਲੇ। ਜਗਤ ਵਿੱਚ ਬਹੁਤ ਕੁਝ ਬਿਨਾਂ ਸੋਚ ਤੋਂ ਹੁੰਦਾ। ਜੇ ਇੱਕ ਪਰਿਵਾਰ ਨੇ ਸਰਾਧ ਕੀਤਾ, ਉਹ ਕਹਿੰਦਾ ਚਲੋ ਅਸੀਂ ਵੀ ਕਰ ਲੈਂਦੇ ਸਰਾਧ। ਜੇ ਇੱਕ ਨੇ ਵਰਤ ਰੱਖਿਆ, ਉਹ ਕਹਿੰਦੇ ਚਲੋ ਆਪਾਂ ਵੀ ਵਰਤ ਰੱਖੇ ਨੇ, ਕੀ ਫਰਕ ਪੈਂਦਾ। ਨਿਰਮਲ ਪੰਥ ਨੇ ਕਿਹਾ ਕਿ ਵਰਤ ਰੱਖੋ। ਜੇ ਤਾਂ ਸਰੀਰ ਦੀ ਤੰਦਰੁਸਤੀ ਵਾਸਤੇ ਰੱਖਣਾ ਤੇ ਫਿਰ ਹਰ ਹਫ਼ਤੇ ਇੱਕ ਦਿਨ ਸਰੀਰ ਲਈ ਰੱਖ ਲੈਣਾ ਚਾਹੀਦਾ, ਚੰਗੀ ਗੱਲ ਹੈ। ਤੇ ਜੇ ਪਖੰਡ ਦੇ ਅਧੀਨ ਸਾਲ ਬਾਅਦ ਵੀ ਐਸੇ ਦਿਨ ਰੱਖਣਾ, ਫਿਰ ਇਹ ਪਖੰਡ ਕਰਮ ਹੋ ਜਾਊਗਾ। ਵੇਖੋ ਵਰਤ ਬਾਰੇ ਮੇਰੀਆਂ ਦੋ ਇੱਛਾਵਾਂ ਹੁੰਦੀਆਂ ਕਿ ਜੇ ਤਾਂ ਤੁਸੀਂ ਹਿਕਮਤ ਦੇ ਲਿਹਾਜ਼ ਨਾਲ ਰੱਖੋ ਤੇ ਹਰ ਹਫ਼ਤੇ ਇੱਕ ਦਿਨ ਪੇਟ ਖਾਲੀ ਰੱਖ ਲੈਣਾ ਚਾਹੀਦਾ, ਕਿਉਂਕਿ ਅਸੀਂ ਅੰਨ ਬਹੁਤ ਖਾਂਦੇ ਹਾਂ ਤੇ ਅੰਨ ਤੋਂ ਇੱਕ ਦਿਨ ਪੇਟ ਬਚਾ ਲੈਣਾ ਚਾਹੀਦਾ। ਪਰ ਜੇ ਤੁਸੀਂ ਕਰਮਕਾਂਡ ਦੇ ਅਧੀਨ ਰੱਖਦੇ ਹੋ, ਫਿਰ ਇਹਦਾ ਇੱਕ ਪਿਛੋਕੜ ਹੈ। ਸਤੀ ਦੀ ਪ੍ਰਥਾ ਨੂੰ ਭਾਰਤ ਦੇ ਲੋਕ ਬੰਦ ਨਹੀਂ ਕਰ ਸਕੇ। ਇਹਦੇ ਸਾਹਮਣੇ ਸਾਡੇ ਉਹ ਪੁਰਾਣੇ ਵੱਡੇ ਵਡੇਰੇ ਹਾਰ ਗਏ। ਗੁਰੂ ਸਾਹਿਬਾਂ ਨੇ ਵਾਰ-ਵਾਰ ਜਾਗਰਤ ਕੀਤਾ, ਸਤੀਆਂ ਇਹ ਨਾ ਆਖੀਆਂ ਜੇ ਮੜੀਆਂ ਲੱਗ ਜਲਨ, ਸਤੀਆਂ ਸੇਈ ਨਾਨਕਾ ਜੇ ਬਿਰਹੋਂ ਚੋਟ ਮਰਾਓ। ਦੁਨੀਆ ਦੇ ਲੋਕੋ, ਜਿਨ੍ਹਾਂ ਨੂੰ ਤੁਸੀਂ ਧੱਕੇ ਨਾਲ ਅੱਗ ਵਿੱਚ ਸਾੜ ਦਿੰਦੇ ਹੋ, ਇਹ ਸਤੀਆਂ ਨਹੀਂ ਆ। ਸਤੀਆਂ ਉਹ ਆ ਜੋ ਪ੍ਰਭੂ ਦੇ ਵਿਛੋੜੇ ਵਿੱਚ ਤੇ ਪਤੀ ਦੇ ਵਿਛੋੜੇ ਵਿੱਚ ਜਿਉਂਦੀਆਂ ਨੇ, ਉਹ ਸਤੀਆਂ ਨੇ। ਪਰ ਜਦੋਂ ਇਹ ਰਸਮ ਨਾ ਰੁਕੀ ਤੇ ਬੀਬੀਆਂ ਮਾਈਆਂ ਨੇ ਕਿਸੇ ਸਿਆਣੇ ਕੋਲੋਂ ਪੁੱਛਿਆ ਵੀ ਪਤੀ ਦੀ ਲੰਬੀ ਉਮਰ ਕਿਵੇਂ ਹੋ ਸਕਦੀ ਹੈ। ਉਹਨੂੰ, ਮੇਰੇ ਵਰਗੇ ਨੂੰ ਕੋਈ ਗੱਲ ਤੇ ਚੰਗੀ ਔੜੀ ਨਾ, ਉਹਨੇ ਇਹ ਵਰਤ ਰੱਖਣ ਦੀ ਪਿਰਤ ਪਾ ਦਿੱਤੀ ਕਿ ਇਹ ਵਰਤ ਰੱਖਣ ਦੇ ਨਾਲ ਉਹਨਾਂ ਦੀ ਉਮਰ ਲੰਬੀ ਹੋ ਜੂਗੀ। ਅਸਲ ਵਿੱਚ ਇਹਦੇ ਪਿੱਛੇ ਇੱਕ ਡਰ ਹੈ। ਉਹ ਡਰ ਹੁਣ ਰਸਮ ਵੀ ਨਹੀਂ ਹੈਗੀ, ਹੁਣ ਇੱਕ ਫੈਸ਼ਨ ਹੈ। ਕਿਸੇ ਸਮੇਂ ਡਰ ਵਿੱਚੋਂ ਪੈਦਾ ਹੋਇਆ, ਹੁਣ ਇਹ ਫੈਸ਼ਨ ਵਿੱਚੋਂ ਪੈਦਾ ਹੋਇਆ ਵੀ ਚਲੋ ਸ਼ਾਮ ਨੂੰ ਵਾਹਵਾ ਫਲ ਫਰੂਟ ਮਿਲ ਜਾਂਦਾ, ਨਾਲੇ ਇੱਜ਼ਤ ਮਾਣ ਘਰ 'ਚ ਹੁੰਦੀ ਹੈ ਤੇ ਨਾਲੇ ਵਿਹਲੇ ਬੈਠੇ ਰਹੀਦਾ। ਆਪੇ ਚੰਦਰਮਾ ਚੜ੍ਹਨਾ, ਉਹਨੇ ਚੜ੍ਹਨਾ, ਵੇਖ ਵੂ ਕੇ ਛਕ ਛਕਾ ਲਵਾਂਗੇ। ਹੁਣ ਇਹ ਫੈਸ਼ਨ ਅਧੀਨ ਹੋ ਰਿਹਾ, ਹੁਣ ਡਰ ਅਧੀਨ ਨਹੀਂ ਹੋ ਰਿਹਾ। ਪਰ ਇਹ ਵੇਖਾ ਵੇਖੀ ਹੈ, ਇਹ ਪਖੰਡ ਕਰਮ ਹੈ। ਕਿਉਂਕਿ ਗੁਰੂ ਸਾਹਿਬ ਕਹਿੰਦੇ ਕਿ ਛੋੜੇ ਅੰਨ ਕਰੇ ਪਖੰਡ। ਇਹ ਅੰਨ ਛੱਡ ਕੇ ਜਿਹੜਾ ਪਖੰਡ ਕਰਮ ਕਰਨਾ, ਇਹ ਗਲਤ ਹੈ। ਸਰਾਧ ਦਾ ਫਲਸਫਾ ਸਾਡਾ ਨਹੀਂ ਹੈ, ਕਿਉਂਕਿ ਗੁਰੂ ਸਾਹਿਬਾਂ ਨੇ ਉਪਦੇਸ਼ ਦਿੱਤਾ, ਜਿਉਂਦੇ ਪਿੱਤਰ ਨਾ ਮਾਨੇ ਕੋ ਮੂਏ ਸਰਾਧ ਕਰਾਈ। ਇਹ ਦੂਸਰੇ ਮਜ਼ਹਬ ਵਿੱਚ ਹੈ, ਸਾਡੇ ਵਿੱਚ ਨਹੀਂ ਹੈ। ਪਰ ਕਿਉਂ ਨਹੀਂ ਆ, ਅਸਲ ਮੁੱਦਾ ਇਹ ਹੈ ਕਿ ਜਿਹੜਾ ਖੀਰ ਕੜਾ, ਇਹ 5 ਭੂਤਕ ਸਰੀਰ ਦੀ ਖੁਰਾਕ ਹੈ। ਜੇ 5 ਤੱਤ ਇਕੱਠੇ ਨੇ ਨਾ, ਹੁਣ ਆਪਾਂ ਚਾਹ ਵੀ ਪੀਤੀ ਆ, ਬਿਸਕੁਟ ਵੀ ਖਾਧੀ ਆ, ਤੇ ਆਪਾਂ ਕਹੀਏ ਆਪਾਂ ਮੁਰਦੇ ਦੀ ਯਾਦ ਵਿੱਚ ਬਿਸਕੁਟ ਖਾਣੇ ਆ, ਤੇ 5 ਭੂਤਕ ਸਰੀਰ ਹੀ ਨਹੀਂ ਹੈ, ਬਿਸਕੁਟ ਕਿੱਥੇ ਜਾਣੇ? ਉਹ ਤਾਂ ਜਾਂ ਤੁਹਾਡੇ ਪੇਟ 'ਚ ਜਾਣੇ ਜਾਂ ਮੇਰੇ ਪੇਟ 'ਚ ਜਾਣੇ। ਮਤਲਬ ਜਿਹੜਾ ਸਿੱਖ ਮਤ ਨੇ, ਸਿੱਖ ਫਲਸਫੇ ਨੇ, ਸਿੱਖ ਕਲਚਰ ਨੇ, ਇਸ ਲਈ ਨਹੀਂ ਵਰਜਿਆ ਕਿ ਹਿੰਦੁਸਤਾਨ ਦੇ ਲੋਕ ਸਰਾਧ ਕਰਦੇ ਨੇ। ਇਸ ਲਈ ਵਰਜਿਆ ਗਿਆਨ ਦੇ ਆਧਾਰ 'ਤੇ ਕਿ ਖੀਰ ਕੜਾ 5 ਤੱਤਾਂ ਦੀ ਖੁਰਾਕ ਹੈ। ਜੇ 5 ਭੂਤਕ ਸਰੀਰ ਹੈ ਤੇ ਬਜ਼ੁਰਗ ਤੇ ਵਿਚਾਰੇ ਮਰ ਗਏ ਨੇ, ਕਿਸੇ ਦਾ ਦਾਦਾ, ਕਿਸੇ ਦਾ ਨਾਨਾ, ਉਹ ਜਾਂ ਪਾਣੀ 'ਚ ਰੋੜ ਦਿੱਤਾ ਜਾਂ ਅਗਨ ਭੇਟ ਕਰ ਦਿੱਤਾ, ਉਹਨੇ ਹੁਣ ਖੀਰ ਜਾਂ ਕੜਾਹ ਨਹੀਂ ਖਾਣਾ। ਮੇਰਾ ਦੂਸਰੀ ਗੱਲ ਹੁੰਦੀ ਹੈ ਵੀ ਕਈਆਂ ਦੇ ਦਾਦੇ ਨਾਨੇ ਸ਼ੂਗਰ ਰੋਗ ਨਾਲ ਮਰੇ ਨੇ। ਫਿਰ ਤੁਸੀਂ ਮਿੱਠੀਆਂ ਜਲੇਬੀਆਂ, ਮਿੱਠੇ ਲੱਡੂ, ਮਿੱਠਾ ਕੜਾਹ, ਮਿੱਠੀ ਖੀਰ, ਜਿਹਨੂੰ ਜਿਉਂਦੇ ਨੂੰ ਖੰਡ ਖਾਣ ਤੋਂ ਵਰਜ ਦਿੱਤਾ, ਉਹਨੂੰ ਮਰੇ ਨੂੰ ਖੰਡ ਖਵਾ ਕੇ ਪੁੰਨ ਕਰਦੇ ਹੋ ਕਿ ਪਾਪ ਕਰਦੇ ਹੋ? ਕਿਉਂਕਿ ਗੁਰੂ ਦੇ ਸਿੱਖ ਹੋ, ਗੁਰੂ ਦਾ ਸਿੱਖ ਤੇ ਜਾਗਰਤ ਹੋਣਾ ਚਾਹੀਦਾ। ਅਕਲੀ ਸਾਹਿਬ ਸੇਵੀਆ ਅਕਲੀ ਪਾਈਏ ਮਾਣ।
जिस बंदे नूं जिउंदे नूं खंड वर्ज दित्ती उहनूं मरे नूं खंड खोणी भी पाप है, क्योंकि उहनूं शूगर रोग नाल ओदी तां मौत शूगर रोग कारण। खैर एक सरल जी गल है, श्राद्धां दे दिनां विच वेखा वेखी दी गल, मैं उस तों अगे चलांगा। एक जट चला गया पंडित कोले, कहंदा मैं बापू दा श्राद्ध करना। पंडित जी ने कितना सारा समान लिखाता, जट मुकर गया, कहंदा मैं नहीं करना कोना, रहन दे। पंडित जी वेले बैठे सी, कहंदे मुड़िया एक सस्ता काम भी हैगा, एक श्राद्धणी हुंदी तूं श्राद्धणी कर ला। ਉਹਨੂੰ पता नहीं सी, कहंदा श्राद्धणी च किन्ना खर्चा हो, कहंदा पाईया क खीर बना ली, अद्ध पा कड़ाह बना ली, पैसा क भेटा दे दी, जे मीटर कपड़ा देना दे दी, नहीं देना ना दी। जट का भी मन बन गया भी नाले बापू खुश हो जू, नाले श्राद्ध खुआया जाऊ, नाले लोकी खुआई जाते, चल अपनी श्राद्धणी भी विच निकल नुकल जाऊ। मिथे दिन ते पंडित जी खाण आ गए, जो खीर कड़ाह खा लिया, जट कहंदा पंडित जी कोई मंत्र मुंत्र नहीं पढ़ना। पंडित जी ने सोचा भोला भाला बंदा, पहली बार सामी फसी है, ਇਹਦਾ भी मन पक्का कर दईए। कहंदा आपां दोवें रल के मंत्र पढ़ते हैं। वो कहंदा भी साडे खानदान च कभी किसी ने मंत्र कोई पढ़िया नहीं। वो कहंदा तू नकल मारनी आ, मैं अगे अगे बोली जाऊँ, तू पिछे पिछे बोली जाई। तो नकल मारन नूं पंजाबी शेर ने, भी इन्हां नूं कह देवे नकल मार के भावें इन्हां कोलों MA फारसी दी करा लो, भावें पंजाबी भी ना आउंदी होवे, वेख के लकीरां वाह देणगे। दोवें जाणे चौकड़ी मार के बैठ गए। पंडित जी बोले, कहंदे बोल जट्टा मिष्ठा दान स्वाहा। हुण मिष्ठा कहंदे मिठे नूं, स्वाहा कहंदे सवा गुणा नूं। ते जट ने नकल मारी, कहंदा बोल जट्टा मिष्ठा दान स्वाहा। वो पंडित जी कहंदे ओए भलिया मानसा तू बोल जट्टा नहीं कहना। जट कहंदा ओए भलिया मानसा तू बोल जट्टा नहीं कहना। पंडित कहंदा तू पागल है। जट कहंदा तू पागल है। पंडित जी नूं गुस्सा आया, उन्हें घसुन्न मारता। जट ने सोचा हुण मेरी वारी आ, उन्हें भी ताड़ करदा घसुन्न मारता। पंडित जी ने जट ढा लिया, जट ढह गया भी ये शायद रस्मी होनी आ। पंडित जी ने 5-7 घसुन्न मारे। जदों पंडित जी थक गए, जट ने सोचा हुण मेरी वारी है। उन्हें पलटी मार के पंडित जी ढाले। उन्हें भी टका टका के वही 7 घसुन्न मारे। पंडित जी सियाणे सी, उन्होंने सोचा भी ये गुस्सा नहीं करता, नकल करता, जो मैं करी जाना ये करी जाता। पंडित जी ने फिर सियाणपना, कहते भी बस बस बस। तो जट उत्ते बैठे कहता भी बस बस बस। दोवें उठ के खड़े हो गए, कपड़े कुपड़े झाड़े। पंडित जी कहते हरिओम हरिओम। जट कहता शुक्र करो पंडित जी, ये तो श्राद्धनी सी, जे श्राद्ध हुंदा अज एक कतल हो जाना है। क्योंकि असी कतल करनों शेर हाँ। कहता जे श्राद्धनी च इन्ने घसुन्न मुक्के वाहने पे, तो श्राद्ध की तो बहुत वड्डी कुटमार होनी आ। मेरी कहण तो भावना यह है कि सूरज ग्रहण लग जे तो भारती सभ्याचार में लोगों नूं मूर्ख बनाया जाता है। ग्रहां के नां ते भारतीयों नूं लुट्टिया गया, चंद्रमा ग्रहण के नां ते भारतीयों नूं लुट्टिया गया। क्योंकि लुट्टण वाला जिहड़ा वो शातिर है, उन्होंने पता है कि किस भरम नाल लोगों नूं लुट्टिया जा सकता है। और ये भरम पत्रियां दे नाम ते समाज विच फैलिया। मैं बेनती जरूर करांगा, किसी मजहब दे विच टेवा बनाउणा उन्हां दा धर्म हो सकता है, पर नानक निर्मल पंथ दे विच टेवे पत्रियां दा कोई विधि विधान नहीं हैगा। क्योंकि गुरु नानक पातशाह जी ने पंडित जी नूं कहा सी, गण गण जोतक कांडी कीनी, पढ़ै सुणावै तत न चीनी, सब सै उपर गुर शब्द विचार, होर कथनी बदों न सगली शार। कहंदे सब तो उपर तां गुरु दे शब्द दी विचार है, जिहड़ियां तू गिणतियां गिण गिण के पत्री ये बनाउणा। मैं इहदे नाल बिल्कुल सहमत नहीं गा। क्यों नहीं सहमत? क्योंकि ये समाज का शोषण किया जा रहा है और अज तो ये चैनलाइज हो चुका। व्यापारी नूं बंगाली बाबा महीने का 2.5 लाख रुपया दिंदा है, पर उहदे उत्तों 20 लाख रुपया कमाउंदा है। मत सोचो कि रात नूं हिंदुस्तान के लोगों उत्ते बड़ी दया हो रही है। ये दया नहीं हो रही, एक बड़ा तकड़े लैवल का व्यापार हैगा। हर चैनल वाले ने एक पत्री वाला जां बंगाली बाबा ले लिया, वो डराउणे जे डायलॉग बोलदा, थल्ले उहदा मोबाइल नंबर और ईमेल नंबर आई जांदा। वो महीने का हर चैनल नूं पैसे दिते जांदे ने, उन्हां दा एक बिजनेस है एडवरटाइजमेंट का। पर जे वो 2 लाख दिंदे ने, वो 20 लाख कमाउंदे भी ने, क्योंकि उन्होंने पता है जिहड़े इत्थों दे लोक ने बहु गिणती वो हाले अंधविश्वासी ने। जो गुरु साहिबां ने तत्त कढ़िया, नानक दुखिया सब संसार। जदों संसार विच हर बंदा किसी न किसी गल्लों परेशान है, तो वह किसी दैवी शक्ति दे विचों अपना आसरा लभण की कोशिश करता। इसलिए तवीतां वाले, टेवियां वाले, पत्रियां वाले, धागियां वाले, पानी बेचण वाले, दातना बेचण वाले, जंत्र मंत्र तंत्र, ये पखंड कर्म इसलिए फैल गया
कि समाज मानसिक तौर पर परेशान है। ये नब्ज व्यापारी के हथ विच है। मेरी गल नूं होर नज़रिया ना दे लेना। दिवाली दीवियां का त्यौहार सी, जदों व्यापारी के हथ विच आ गई ये बरूद का ते खंड का त्यौहार बन गई है। तुसीं मेरी गल नाल सहमत होवोगे, क्योंकि जे तुसीं दीवे जगा के, वैसे सिखां दा निर्मल पंथ का तो बंदी छोड़ दिवस है, सिख सभ्याचार विच बंदी छोड़ दिवस है। हिंदुस्तान विच रुत्तां दे लिहाज नाल दिवाली है। दिवाली का अर्थ दीवियां वाली है, पर हुण ये पटाकियां वाली ते जिहड़ी आ खंड वाली बन गई। और अरबां रुपए का व्यापार जिहड़ा व्यापारी नूं पता कि लोकां दा शोषण किवें करना। जे तुसीं दीवियां वाली मनाउणी होवे ते 50 पैसे का दीवा तुसीं 20 रुपईए के दीवे लियाओगे तो 10 का सरों का तेल पा के तुसीं तां 30 रुपईए च दिवाली मना के ते आराम नाल बह गए। पर तुहानूं ते ये 30,000 विच पैणी चाहीदी है, जां 3,000 च, जां 13,000 च पैणी चाहीदी है। ਜਿਹੜੇ घर विच शूगर के मरीज भी आ वो भी धड़ा धड़ खंड वाले डब्बे चक्की आउंदे ते देई जांदे ते लई जांदे आ, भावें बाद चों काम वालिआं नूं चुकाउण, पर घरे उन्होंने डब्बे इकट्ठे कर लेने क्योंकि पिछे व्यापारी बैठा। इस वक्त साडे अंध विश्वासां दे पिछे भी व्यापारी बैठा होया, और व्यापारी कदे भी लोकां दी मानसिकता नूं बदल नहीं दिंदा हुंदा, वो डर पा के लुटदा हुंदा। और इस डर तो गुरु साहिबां ने शब्द के प्रकाश नाल इस धरती के लोकां दे मन बदले कि इन्हां टेवियां नाल, इन्हां राशियां नाल, इन्हां पत्रियां नाल कदी कोई समाज नहीं बदलिया। जो सानूं दस्सिया जांदा भी बिरख राशि वाले चढ़दे पासे ना जाओ, मीन वाले लहिंदे पासे ना जाओ। जे तुहाडी दुकान ही चढ़दे वाले पासे है, फिर दुकान दे आखे लगोगे कि टेवे वाले दे आखे लगांगे। जे तुहाडी मीन राशि है, तुहाडा कारोबार ही लहिंदे वाले पासे है, तो तुसीं लहिंदे वाले पासे जाओगे कि चढ़दे वाले पासे जाओगे। ये एक समाज का शोषण है। सानूं अमृत वेले दीयां जो बाणियां ने, सवैये पढ़ते हैं, को बतान को पूजत है, पस को मृतान को पूजन धायो, कूर क्रिया और जो सब ही जग श्री भगवान का भेद ना पायो। सतगुरां ने कहा कोई बतान बुतां नूं पूजदा, कोई मृतान मरियां नूं पूजदा। ये झूठी क्रिया विच जग उलझिया होया ते किसी ने भगवान का भेद नहीं पाया। हुण बुत भी मरियां दे हुंदे आ ते मृतान भी मरे हुंदे आ। ये जिन्नियां कबरां ने, जिन्नियां मड़ियां ने, जो श्राद्ध दा फलसफा है, जो भूतां दा डर है, जो प्रेतां दा डर है, बेसिकली ये मन दे रोग ने। मन की शक्ति बारे ना तो साडा सिलेबस ही बहुत ज़्यादा साडी जिहड़ी अकैडमिक लैवल ते है कि साडे बच्चे नूं आपदे मन की शक्ति बारे जां मन दे रोगां बारे पता होवे। इन्हां डरां दे विच्चों व्यापारी ने शोषण जरूर किया। इसलिए सतगुरां ने कहा कि ना मेरा सिख कबर नूं मन्नेगा, दुबदा ना पढ़ो, हर बिन होर ना पूजो, मड़े मसान ना जाई। सतगुरां दा गुरु ग्रंथ साहिब उपदेश है भी दुबदा विच नहीं है मैं, ना मैं किसी मड़ी मसान जावांगा, क्योंकि मड़ी मसान मुरदियां दे हुंदे आ ते मुरदे कदी किसी नूं डराउंदे नहीं हुंदे। ये साडी धरती दे लोकां दे डर ने। मैं फिर बेनती करदा, ये डर साडे कल्चर दे विच ने कि कोई भूत हुंदा, कोई प्रेत हुंदा। असीं मानसिक रोगियां नूं भूत प्रेत नाल जोड़ के साडे धरती दे लोक जंतरां मंतरां तंत्रां पिछे लगदे ने। और तुसीं हैरान होवोगे, कल्ले पंजाब दी आबादी 2 करोड़ 78 लख है 2011 दी जनगणना मुताबक, और पंजाब विच 50 लख दे करीब मानसिक रोगी ने। हिंदुस्तान विच ते बहुत वड्डी तादाद है ना, सारे जे समुचियां स्टेटां दा लाइए। मानसिक तौर ते ना ते माँ बाप अपने बच्चों के नज़दीक होंदे ने ते ना बच्चे माँ बाप के नज़दीक होंदे ने। साडा एक दूजे नूं समझण दा जिहड़ा ढंग है ना, असीं साडीआं कल्पना ने माधवे क्या कहिए भरम ऐसा। बच्चा रोंदा, असीं कहने किसी की नज़र लग गई। पहलां साडी कल्पना ही गलत है कि नज़र विच लगण लई कुछ नहीं हुंदा। फिर असीं मिर्चां मार के चुल्हे 'च सिੱਟਦੇ भी नज़र हट गई। हुण बच्चे दे रोण दे 100 कारण हो सकते हैं। ਉਹਦੇ खारश हो सकती है, पीड़ हो सकती है, भुख हो सकती है, वध दुध पीता हो सकता, ਉਹਦੇ अंदर कोई इन्फैक्शन हो सकती है। पर साडी मानसिकता जिहड़ी आम लोकां दी हुंदी आ भी इहनूं नज़र लग गई आ। इसे ਲਈ साडीआं कोठियां दे उत्ते नज़र वट्टू, साडे ट्रकां दे पिछे लिखिआ बुरी नज़र वाले तेरा मूँह काला, भावें ट्रक धुआं सिੱਟ के पिछलिਆਂ सारिਆਂ ਦਾ मूँह काला कर देवे, पर फिर भी उन्होंने लिखी बैठा भी तुहाडा मूँह काला, मेरा कुछ नहीं हैगा, मेरे ट्रक का कोई कसूर नहीं। जे काला धुआं छड्डदा ते नज़र इहनूं काहदी लगनी आ। 50% हिंदुस्तान 'च टुੱਟੇ ट्रक ने,
फिर भी पिछे लिखी बैठे बुरी नज़र वाले तेरा मूँह काला। ये साडी गरीब मानसिकता है इस धरती के लोगों की। और जे डॉक्टर की कोठी के उत्ते भी इंजीनियर कोई इंजीनियर की कोठी बनाउंदा वो भी काला नज़र वट्टू, काला टायर, काला भूतना टंगदा भी इनू नज़र ना लग जे। जदों कि 90% डॉक्टर पढ़ते पढ़ते नज़र वालियां ऐनकां लग जांदियां ने, उन्होंने अपनी पुस्तक भी ऐनकां तो बिना नहीं देंदी तो कोठी नूं नज़र किसी की किवें लग जूगी, हो ही नहीं सकता। ये साडी धरती का भरम है। मैं फिर कहांगा क्योंकि असी बहुत रंगां दे लोक हाँ, साडी धरती का भरम आ कि गोरे बच्चे नूं नज़र लग जाती है। पर तुसीं पश्चिम विच जाओ, इंग्लैंड विच सारियां दे बच्चे गोरे ने, उन्हां दे मन विच भरम ही नहीं आया कि इन्हां बच्चों नूं नज़र लग जूगी, क्योंकि माता पिता भी गोरे ने, बच्चे भी गोरे ने। तुसीं चीन विच जाओ, सारियां दे बच्चे चीनियां दे इक्को जे ने, फीने फीने वाले फोटो स्टेट कराए होंदे ने, उन्हां दे मन च ही नहीं आ भी इहनूं नज़र लग जूगी। तुसीं किसे धरती जाओ, असीं है कि बहुत जीन्स ने साडे, बहुत सारियां नस्लां ने, ये साडी धरती का भरम है। नज़र लगना घरां नूं साडी धरती का भरम है, क्योंकि पश्चिम विच लक्कड़ दे मकान ने, तुसीं बहुत सारे गुरमुख प्यारे गए ही हो, उन्हां दा जिहड़ा बाहरी स्ट्रक्चर है इक्को जा, अंदरों किसी का पैसा वध घट लगा हो सकता। उन्हां दे मन में ये विश्वास, अंध विश्वास पैदा ही नहीं होया कि कदी इस लक्कड़ दे घर नूं नज़र लग जूगी। इत्थे लिए उसे ना नज़र वट्टू है, ना उत्थे कोई भूत कड्ढण वाला बाबा, ना उत्थे धौली धार है, ना उत्थे कोई होर डेरा। कारण इहो हैगा, पहली गल तो आबादी थोड़ी है, जीवन जाच चंगी है, लोगों के मनां 'च शंके नहीं आउंदे भी इहनूं, हालांकि उत्थे मनदे जरूर ने कुछ प्रतिशत विच, ये उन्हां दे अंध विश्वास उन्हां दे भी ने भी कोई बुरीआं रूहां हुंदियां, पर जिन्नियां बुरीआं रूहां साडे हिंदुस्तान 'च कल्पियां जांदियां। मानसिक रोगियां नूं असीं चमटिਆਂ नाल कटाउने आ, कोई किसी दे सूई घपाउंदा, कोई संगलां नाल कुੱਟदा, पर उन्होंने पढ़न की कोशिश नहीं की जाती भी ये परेशान क्यों आ। तो मैं बहुत सारे मरीजों को काउंसलिंग करने की कोशिश की, जिन्हों घर दे कहंदे सन कि इनू भूत चिंबड़िया, इनू प्रेत चिंबड़िया, पर उन्होंने बिल्कुल कारण होर सन। क्योंकि साडी जिहड़ी कल्पना इत्थों धरती के लोगों की साडे कल्चर दे विच है, साडे सभ्याचार विच है भी कोई भूत प्रेत किसी नूं चंबड़ सकदा है। आस्तिक मत आत्मा नूं मनदा है, सिख मत आस्तिक मत है। असीं आत्मा का विकास तो मनते हैं कि यह साडे गुरु साहिबां का उपदेश है, पर हर आत्मा भूत नहीं हुंदी, ये साडी गलत कल्पना है। कभी किसी ने भी कहा कि मैनूं चंगी आत्मा मिली है तो उन्हें मेरे कारज सुधारे है। असीं हर आत्मा नूं बुरी आत्मा के नज़रिए तो लैने आ। भूत का अर्थ तत्त भी है, भूतक का अर्थ भी तत्त ही है, भूत बीते काल नूं भी कहने आ। भूत असल विच है कि मनुख कदी हुंदा सी पर हुण नहीं है, इहदा मतलब भूत है, वो भूत काल विच चला गया। पर हवा किसी नूं डरा नहीं सकती। असी कल्पना करते हैं 5 तत्तां दी, 5 तत्त इकट्ठे नहीं हो सकते, क्योंकि असी अग्नि ला दी, असी रोड़ दी है। ये साडे सभ्याचार विच है, क्योंकि साडे सिवे भी डराउणे ने, साडे इलाके डराउणे ने। असी साडी जिहड़ी कल्पना दे विचों डर पैदा हुंदा। तुसीं खुद ही मेरे नाल सहमत होवोगे कि दिन दे वेले साडे डर नहीं हुंदे जिहड़े साडे रात दे वेले पैदा हुंदे ने। और रात वेले सानूं कोई बाहरों चीज़ नहीं डराउंदी, साडी अंदर दी कल्पना डराउंदी है। साडा मन ही सानूं डराउंदा कि ये साडे बहुत सारे लोकां दियां थावां नाल, रुखां नाल, मोड़ां नाल, खूहां नाल, छप्पड़ां नाल, नहरां नाल, दरियावां नाल, हर खिते दे लोकां दे कुछ डर ते अंध विश्वास जुड़े हुए ने। पर दूजी धरती का बंदा जावे, वो उस स्थान तो चुप करके लंघ जाएगा, क्योंकि वो मन चो कल्पना ही नहीं है कि इस छप्पड़ ते कोई भूत रहिंदा, जां इस नहर ते रहिंदा, जां इस मड़ी ते रहिंदा। जिहड़े उस खिते दे लोग होणगे उन्हां नूं पता हुंदा, उत्थे जाके वैसे ही डर जांदे ने। और ये डर लोक मनां विच पीढ़ी दर पीढ़ी पाए जांदे ने। सतगुरां ने इहदा एक इलाज दिता है। असीं रहरास दी बाणी पढ़दे हां, जिन निरभौ जिन हर निरभौ ध्याया जी, तिनका भौ सब गवासी। जिने डर रहत प्रभु का सिमरन किया, उहदे सारे डर अपने आप दूर हो गए। मैं फिर बेनती करदा कि शरीर की खुराक ते पोशाक वास्ते हिंदुस्तान के लोग करोड़ों रुपए खर्च कर देंदे ने। मन के शंगार वास्ते ते मन के तकड़ाईपन वास्ते ये बहुत अणगहली करते हैं। जदों मनां दे विच अनेक तरह दीयां कल्पनावां ते अंध विश्वास होणगे ते सहज भावी आ कि साडे जदों असीं बंदा मन दे आखे तां लगदा ते मन ने इहनूं तोड़ना हुंदा, ते जे मन ही डराकल है ते मन कदी भी तुहानूं डर तो मुक्त नहीं कर सकदा। मन डर तो उस समय मुक्त हुंदा जदों आपां निरभौ ते निर्वैर दे उपासक हुंदे आ। साडे पंजाबी ਸਾਹਿਤ ਵਿੱਚ एक लोक बोली है, आरी आरी आरी
ਪੁੱਤ ਨੇ ਕੀ ਸ਼ੇਰ ਮਾਰਨਾ ਜਿਹਦੇ ਪਿਓ ਨੇ ਬਿੱਲੀ ਨਾ ਮਾਰੀ। ਉਹਦੇ ਪਿੱਛੇ ਇੱਕ ਤੱਤ ਹੈ, ਜਿਹਦਾ ਪਿਤਾ ਬਿੱਲੀ ਦੇ ਡੰਡਾ ਨਹੀਂ ਮਾਰ ਸਕਦਾ, ਉਹਦਾ ਪੁੱਤ ਸ਼ੇਰ ਦੇ ਗਲ ਨਹੀਂ ਪੈ ਸਕਦਾ, ਕਿਉਂਕਿ ਇਹ ਜੀਨਸ ਵਿਕਾਸ ਕਰਦੇ ਨੇ, ਘਰ ਦਾ ਮਾਹੌਲ ਵਿਕਾਸ ਕਰਦਾ। ਤੇ ਜਿਸ ਕਲਚਰ ਦੇ ਵਿੱਚ ਬਿੱਲੀ ਦੇ ਰਾਹ ਕੱਟਣ ਤੋਂ ਹੀ ਬੰਦਾ ਡਰਦਾ ਹੋਵੇ, ਤੇ ਉਸ ਸੱਭਿਆਚਾਰ ਦੇ ਲੋਕ ਜਾਂ ਉਸ ਖਿੱਤੇ ਦੇ ਲੋਕ ਕਿਵੇਂ ਚੰਗਾ ਆਪਣਾ ਸਫ਼ਰ ਕਰ ਸਕਣਗੇ, ਕਿਉਂਕਿ ਬਿੱਲੀ ਨੇ ਤਾਂ ਰਸਤੇ ਤੋਂ ਦੀ ਲੰਘਣਾ, ਬਿੱਲੀ ਉੱਡ ਨਹੀਂ ਸਕਦੀ। ਮੈਂ ਕਹਿੰਦਾ ਹੁੰਦਾ ਵੀ ਸਾਡੇ ਵਿਸ਼ਵਾਸ ਨੇ ਵੀ ਫਲਾਨਾ ਮੱਥੇ ਲੱਗਾ ਮਾੜਾ, ਤੇ ਉਹਨੂੰ ਵੀ ਪੁੱਛ ਲਓ, ਕੀ ਪਤਾ ਉਹ ਤੁਹਾਡੇ ਬਾਰੇ ਸੋਚੀ ਬੈਠਾ ਹੋਵੇ ਤੁਸੀਂ ਮੱਥੇ ਲੱਗੇ ਮਾੜੇ। ਇਹ ਤਾਂ ਸਾਡੀ ਕਲਪਨਾ ਹੈ ਨਾ ਵੀ ਫਲਾਨਾ ਮੱਥੇ ਲੱਗ ਜਾਏ ਤੇ ਮਾੜਾ ਹੁੰਦਾ, ਪਰ ਉਹਦੀ ਕਲਪਨਾ ਵੀ ਪੁੱਛੋ ਤੇ ਉਹਨੇ ਵੀ ਤਾਂ ਮਨ ਵਿੱਚ ਸੋਚਿਆ ਹੋ ਸਕਦਾ ਵੀ ਉਹ ਮੱਥੇ ਲੱਗ ਜਾਏ ਉਹ ਵੀ ਮਾੜਾ ਹੁੰਦਾ। ਕਹਿੰਦੇ ਇਸੇ ਤਰ੍ਹਾਂ ਬਿੱਲੀ ਦਾ ਬੱਚਾ ਰਸਤਾ ਕ੍ਰੋਸ ਕਰ ਰਿਹਾ ਸੀ, ਉਧਰੋਂ ਆਦਮੀ ਆ ਗਿਆ ਤੇ ਬੰਦੇ ਦੇ ਬੱਚੇ ਨੇ ਉਹਦੇ ਰੋੜਾ ਮਾਰਿਆ, ਤੇ ਬਿੱਲੀ ਦੇ ਬੱਚੇ ਦੀ ਲੱਤ ਤੇ ਵੱਜਾ, ਉਹ ਮਿਆਉਂ ਮਿਆਉਂ ਕਰਦਾ ਮਾਂ ਕੋਲੇ ਚਲਾ ਗਿਆ। ਤੇ ਬਿੱਲੀ ਆਪਦੇ ਬਲੂੰਗੜੇ ਨੂੰ ਕਹਿੰਦੀ, ਪੁੱਤ ਮੈਂ ਤੈਨੂੰ ਕਿੰਨੀ ਵਾਰ ਕਿਹਾ, ਜਦੋਂ ਇਹ ਬੰਦੇ ਦਾ ਬੱਚਾ ਆਪਣੇ ਮੱਥੇ ਲੱਗ ਜੇ ਆਪਣਾ ਨੁਕਸਾਨ ਹੁੰਦਾ ਹੀ ਹੁੰਦਾ। ਮਤਲਬ ਮਤ ਸੋਚੋ ਵੀ ਇਹ ਅਸੀਂ ਉਹਨਾਂ ਨੂੰ ਮਾੜੇ ਕਹਿੰਦੇ ਆ, ਜੀਵ ਜੰਤੂਆਂ ਦੇ ਮਨਾਂ 'ਚ ਵੀ ਕਲਪਨਾ ਹੋਏਗੀ ਵੀ ਜਦੋਂ ਇਸ ਤਰ੍ਹਾਂ ਦਾ ਬੰਦਾ ਸਾਡੇ ਮੱਥੇ ਲੱਗੇ ਇਹ ਵੀ ਮਾੜਾ ਹੁੰਦਾ। ਪਰ ਇਹ ਸਾਰੇ ਭਰਮ, ਇਹ ਫੋਕਟ ਕਰਮਕਾਂਡ ਬੰਦੇ ਦੀ ਅਗਿਆਨਤਾ ਕਰਕੇ ਹੁੰਦੇ ਆ, ਮਨ ਦੇ ਅੰਧ ਵਿਸ਼ਵਾਸ ਕਰਕੇ ਹੁੰਦੇ ਆ। ਇਸ ਤੋਂ ਅੱਗੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਇਤਿਹਾਸ ਵਿੱਚ ਅਸੀਂ ਪੜ੍ਹਦੇ ਹਾਂ, ਖਾਸ ਕਰਕੇ ਸਾਡੇ ਢਾਡੀ ਕਵੀਸ਼ਰ ਪ੍ਰਚਾਰਕ सतगुरां ने ऐलान किया, चिड़ियों से मैं बाज तड़ाऊँ, गिद्दड़ों से मैं शेर बनाऊँ, 1.25 लाख से एक लड़ाऊँ, तब है गोबिंद सिंह नाम कहूँ। मैं अगे भी बेनती की सी, सतगुरां ने चिड़ी की उदाहरण इस करके दी है जदों कि चिड़ियाँ तो छोटे सैकड़े लखां की तादाद में जीव जंतु ने, मच्छरां दियां 120 किस्मां ने जो कि बहुत सूक्ष्म है। चिड़ी का दिल जिमें तंदुरुस्त बंदे का दिल 1 मिनट में 72 वार धड़कदा है, जो मैं पढ़िया कि चिड़ी का दिल 540 वार धड़कदा 1 मिनट में। आपां पंजाबी लोग कहने ने की करना है, चिड़ी वर्गा डरपोक है जां चिड़ी वर्गा दिल है। कारण है सतगुरु कहते कि जिन्हां लोकां दे दिल कमजोरी विच इन्ने कमज़ोर ने, चिड़ियां वर्गे ने, मैं उन्हां नूं बाजां वर्गी शक्ति देंगा। गिद्दड़ों से मैं शेर बनाऊँ, गिद्दड़ बारे जीव विज्ञान कहता है कि वह जंगल विच अपने परछावें तो डर के ही भज्जा फिरदा। इसे लिए आपां गिद्दड़ नूं डरपोक दे जां गिद्दड़ वर्गा डरपोक शब्द इसलिए वरतदे हां कि अपने परछावें तो डरदा है। ते जिहड़ा समाज अपने परछाविਆਂ तो डरदा होवे भी आपे ही नाम रखे ने दिनां दे, आप ही डर रहे होण, आपे ही कबरां बनाईयां मिट्टी लिया के इट्टां लिया के, आपे ही उस कबर तो डरदे होण, आपे ही उत्थे शराब चढ़ाई जांदे ने, आपे ही पी जांदे ने, आपे ही डरी जांदे ने भी बाबा दारू मंगदा कोई नहीं है। वो समाज कदी तरक्की नहीं कर सकता। सतगुरां ने मन की शक्ति वास्ते बाणी दी, पर बाहरी शक्ति वास्ते नाल बाणा भी दिता है कि जे तेरे कोल शस्त्र है, तेरे विच बीरस होएगा, बीरस होएगा, तू बाहरे शत्रुआं दा टाकरा करेगा। पर बहुते शत्रु साडे अंदरों ने, जिवें असीं 5 काम क्रोध लोह मोह हंकार बारे पढ़िया, ये साडे अंदरूनी शत्रु ने। कुछ शत्रु साडे मन च बैठे हुए ने, मन च साडे अंध विश्वास बैठे हुए ने। ये शत्रुआं नूं मारन वास्ते केवल बलिया गुर ज्ञान अंधेरा बिनसियाईया, ये जद जद मनुख नूं ज्ञान हुंदा। मैं अक्सर कहना हुंदा कि पंजाब विच जिहड़े असीं पंजाबी जिन्ने भी बोलते हैं, हिंदुस्तान च ला लो, छोटे बच्चे नूं डराउण वास्ते साडे कोले 2 ही डायलॉग ने, दुध पीला बिल्ली माओ आजू कोको आजू, जां चीज़ लुकाउणी होवे माओ लैगी कोको लैगी। 3-4 साल तक सारे बच्चे डरते हैं। तुहाडे चों भी बहुतिआं नूं इसे तरह डराया गया हो, सानूं भी एवें, क्योंकि पंजाबियां कोले 2 ही डायलॉग ने, कोको दा ते माओ दा। जद वो बच्चा 4-5 साल का हुंदा, उहनूं समझ आउंदी आ भी कोको तां गालड़ हुंदी आ ते माओ बिल्ली हुंदी आ। उसे बिल्ली नाल ओह खेडदा भी है ते पिछे रोड़े लैके भी भज्जा फिरदा, उसे गालड़ दे पिछे ओह भज्जा फिरदा। पर डर कदों लथा? जदों उहनूं पता लग गया कि कोको गालड़ हुंदी आ ते माओ बिल्ली हुंदी आ। डरिया कदों तक? जदों उहदी समझ अजे छोटी सी भी कोको पता नहीं की चीज़ आ ते माओ पता नहीं की चीज़ है। जदों उहदा ज्ञान विकास करदा कि बिल्ली भी खतरनाक नहीं हैगी ते गालड़ भी खतरनाक नहीं हैगी, उहदा डर लै जांदा और उन्हां दे पिछे पिछे खेडदा होया उन्हां नूं खुद डराउणा शुरू कर दिंदा। इहो हाल इस धरती दे वहिमां भरमां दा ते फोकट कर्मकांडां दा है। जिन्ना जिन्ना मनुख दा ज्ञान विकास करदा, सतगुरां ने मानसिक शक्ति दिंदिआं
ਇਹ ਜੋ ਕੁਝ ਵੀ ਧਰਤੀ ਤੇ ਫੈਲਿਆ ਸੀ ਭਾਰਤੀ ਕਲਚਰ ਦੇ ਵਿੱਚ, ਮੈਂ ਫਿਰ ਬੇਨਤੀ ਕਰਾਂਗਾ, ਭਾਰਤੀ ਸੱਭਿਆਚਾਰ ਵਿੱਚ ਜੋ ਸਿੱਖ ਸੱਭਿਆਚਾਰ ਸਿਰਜਿਆ ਗਿਆ, ਸਿੱਖ ਸੱਭਿਆਚਾਰ ਨੇ ਭਾਰਤੀ ਸੱਭਿਆਚਾਰ ਦੇ ਕਿਸੇ ਵੀ ਅੰਧ ਵਿਸ਼ਵਾਸ ਨੂੰ, ਫੋਕਟ ਕਰਮ ਨੂੰ ਨਹੀਂ ਮੰਨਿਆ ਔਰ ਉਹਦਾ ਗੁਰਬਾਣੀ ਵਿੱਚ ਉਤਰ ਦਿੱਤਾ। ਜਿਵੇਂ ਦਸਵੇਂ ਪਾਤਸ਼ਾਹ ਕਹਿੰਦੇ ਨੇ, ਜਾਗਤ ਜੋਤ ਜਪੈ ਨਿਸਬਾਸਰ, ਏਕ ਬਿਨਾ ਮਨ ਨੈਕ ਨਾ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜੈ, ਬਰਤ ਗੋਰ ਮੜੀ ਮੱਠ ਭੂਲ ਨਾ ਮਾਨੇ। ਮੇਰਾ ਖਾਲਸਾ ਕਿਸੇ ਵੀ ਕਬਰ ਨੂੰ, ਕਿਸੇ ਵੀ ਮੜੀ ਨੂੰ, ਕਿਸੇ ਵੀ ਮੱਠ ਨੂੰ, ਕਿਸੇ ਭੂਤ ਪ੍ਰੇਤ ਨੂੰ, ਕਿਸੇ ਪੀਰ ਫਕੀਰ ਨੂੰ ਨਹੀਂ ਮੰਨੇਗਾ, ਕਿਉਂਕਿ ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਮੈਂ ਇਹਨੂੰ ਅਕਾਲ ਪੁਰਖ ਦੀ ਫੌਜ ਬਣਾਇਆ, ਇਹ ਪਰਮਾਤਮਾ ਦੀ ਮੌਜ ਨਾਲ ਪ੍ਰਗਟ ਹੋਇਆ, ਇਹ ਇਹਨਾਂ ਡਰਾਂ ਤੋਂ ਮੁਕਤ ਹੈ। ਕੁਝ ਸਾਡੇ ਵਿਅਕਤੀਗਤ ਭਰਮ ਹੁੰਦੇ ਨੇ। ਇੱਕ ਗੱਲ ਨਾਲ ਤੇ ਮੈਂ ਜ਼ਰੂਰ ਸਪਸ਼ਟ ਹੁੰਨਾ ਕਿ ਸੋਚ ਰੱਖਣੀ ਜ਼ਰੂਰੀ ਹੈ, ਤੇ ਝੂਠ ਖਾਣ ਤੋਂ ਵੀ, ਕਿਉਂਕਿ ਅੱਜ ਕੱਲ੍ਹ ਬਹੁਤ ਸਾਰੀਆਂ ਬਿਮਾਰੀਆਂ ਨੇ, ਲਾਗ ਦੀਆਂ ਬਿਮਾਰੀਆਂ ਨੇ, ਛੂਤ ਦੀਆਂ, ਤੇ ਝੂਠ ਤੋਂ ਵੀ ਬਚਣਾ ਚਾਹੀਦਾ। ਪਰ ਕੁਝ ਸਾਡੇ ਕਈ ਵਾਰੀ ਨਾ ਸਿੱਖ ਸਮਾਜ ਦੇ ਵਿੱਚ ਵੀ ਇਹ ਬਹੁਤ ਅਗਾਂਹ ਤੱਕ ਭਰਮ ਚਲਾ ਗਿਆ ਵੀ ਉਹ ਸ਼ਹਿਰ ਵਿੱਚੋਂ, ਹਾਲਾਂਕਿ ਅਸੀਂ ਘਰਾਂ 'ਚ ਕੁਝ ਵੀ ਪੈਦਾ ਨਹੀਂ ਕਰਦੇ। ਜੇ ਕੋਈ ਜ਼ਿਮੀਂਦਾਰ ਹੋਏਗਾ ਉਹਦੇ ਘਰ 'ਚ ਵੱਧ ਤੋਂ ਵੱਧ ਤੋਰੀਆਂ, ਕੱਦੂ, ਕਰੇਲੇ ਹੋ ਜਾਂਦੇ ਆ, ਘੱਟੋ ਘੱਟ ਖੰਡ ਘਰੇ ਨਹੀਂ ਬਣਾਉਂਦਾ, ਪੱਤੀ ਘਰੇ ਨਹੀਂ ਬਣਾਉਂਦਾ, ਫਲ ਫਰੂਟ ਉਹਦੇ ਘਰੇ ਨਹੀਂ ਹੁੰਦਾ, ਸਾਰਾ ਕੁਝ ਬਾਹਰੋਂ ਹੀ ਆਉਂਦਾ। ਠੀਕ ਹੈ, ਇਹਨੂੰ ਪਵਿੱਤਰ ਬਰਤਨਾਂ ਵਿੱਚ ਬਣਾਉਣਾ ਤੇ ਸੋਚ ਰੱਖਣੀ ਬਹੁਤ ਚੰਗੀ ਗੱਲ ਔਰ ਰੱਖਣੀ ਵੀ ਚਾਹੀਦੀ ਹੈ, ਭਾਵੇਂ ਕੋਈ ਅੰਮ੍ਰਿਤਧਾਰੀ ਹੈ ਭਾਵੇਂ ਨਹੀਂ ਹੈ। ਝੂਠ ਤੋਂ ਵੀ ਬਚਣਾ ਚਾਹੀਦਾ, ਤੇ ਜਿਹੜੀਆਂ ਅਣਕੱਜੀਆਂ ਚੀਜ਼ਾਂ ਨੇ ਉਹ ਵੀ ਖਾਣ ਤੋਂ ਬਚਣਾ ਚਾਹੀਦਾ। ਜਿਵੇਂ ਰੇਲਵੇ ਸਟੇਸ਼ਨਾਂ ਤੇ ਮੱਖੀਆਂ ਵੀ ਲੱਖਾਂ ਦੀ ਤਾਦਾਦ ਵਿੱਚ ਨੇ, ਤੇ ਲੋਕ ਉੱਥੇ ਹੀ ਕੁਲਚੇ, ਭਟੂਰੇ, ਸਮੋਸੇ ਖਾਈ ਜਾਂਦੇ ਨੇ। ਮੇਰਾ ਖਿਆਲ ਹੈ ਸਮਾਜ ਜੇ ਜਾਗਰਤ ਹੋਵੇ ਤੇ ਇਹ ਗੰਦਗੀ ਤੋਂ ਬਚਣਾ ਚਾਹੀਦਾ। ਕੁਝ ਹੈਗਾ ਸਾਡੇ ਵਿਅਕਤੀਗਤ ਭਰਮ ਹੈ। ਕਈ ਵਾਰੀ ਸਾਡਾ ਸਮਾਜ, ਖਾਸ ਕਰਕੇ ਸਾਡੇ, ਮੈਂ ਖੁਦ ਵੀ ਅੰਮ੍ਰਿਤਧਾਰੀ, ਮੈਂ ਇਸ ਲਈ ਬੇਨਤੀ ਕਰ ਰਿਹਾ ਕਿ ਅਸੀਂ ਬਾਹਰ ਤੋਂ ਇੰਨੇ, ਕਈ ਵਾਰੀ ਹੁੰਦਾ ਕਿ ਕੁਝ ਲੋਕ ਕਈ ਵਾਰੀ ਕਹਿੰਦੇ ਵੀ ਪ੍ਰਸ਼ਾਦ ਵੀ ਨਹੀਂ ਲੈਣਾ ਜੀ ਗੁਰਦੁਆਰੇ ਵਿੱਚੋਂ, ਘਰੇ ਬਣਾਵਾਂਗੇ ਤੇ ਛਕਾਂਗੇ, ਲੰਗਰ ਵਿੱਚੋਂ ਪ੍ਰਸ਼ਾਦਾ ਵੀ ਨਹੀਂ ਛਕਦੇ ਜੀ, ਇਹ ਕਿਸੇ ਨੇ ਬਣਾਇਆ ਜੀ। ਕੇਲੇ ਤਾਂ ਖਾ ਲਾਂਗੇ, ਸੰਤਰੇ ਖਾ ਲਾਂਗੇ, ਪਰ ਹੋਰ ਚੀਜ਼ਾਂ ਨਹੀਂ ਲੈ ਕੇ ਖਾਵਾਂਗੇ। ਘੱਟੋ ਘੱਟ ਮੇਰਾ ਖਿਆਲ ਜਿਹੜਾ ਸਾਡਾ ਆਪਣਾ ਸਿੱਖ ਸੱਭਿਆਚਾਰ ਹੈ, ਇਹਦੇ ਵਿੱਚ ਮੈਂ ਫੇਰ ਬੇਨਤੀ ਕਰਾਂ ਕਿ ਸਾਨੂੰ ਪ੍ਰਸ਼ਾਦੇ ਦਾ ਅਮਲ ਦੱਸਿਆ। ਅਸੀਂ ਕਿਸੇ ਨਸ਼ੇ ਦਾ ਸੇਵਨ ਨਹੀਂ ਕਰਦੇ, ਕਿਸੇ ਬੁਰੀ ਚੀਜ਼ ਦਾ ਨਹੀਂ ਕਰਦੇ, ਪਰ ਜਿਹੜੀਆਂ ਚੀਜ਼ਾਂ ਸਾਂਝੇ ਰੂਪ ਵਿੱਚ, ਪਵਿੱਤਰ ਰੂਪ ਵਿੱਚ ਬਣੀਆਂ ਹੋਈਆਂ ਨੇ, ਘੱਟੋ ਘੱਟ ਇਹਨਾਂ ਪ੍ਰਤੀ ਸਾਡੇ ਮਨ 'ਚ ਸ਼ੰਕਾ ਨਹੀਂ ਹੋਣਾ ਚਾਹੀਦਾ। ਕਿਉਂਕਿ ਜਿਹੜੀ ਸੰਗਤ ਪੰਗਤ ਦੀ ਮਰਿਆਦਾ ਹੈ ਕਿ ਇਹਨੇ ਸਾਡੇ ਬਹੁਤ ਸਾਰੇ ਭਰਮ ਦੂਰ ਕੀਤੇ ਨੇ, ਜਿਹੜੇ ਛੂਤ-ਛਾਤ ਦੇ ਸੀ, ਜਾਤ ਪਾਤ ਦੇ ਸੀ, ਊਚ ਨੀਚ ਦੇ ਸੀ, ਤੇ ਸਾਡੇ ਲਈ ਗੁਰੂ ਸਾਹਿਬਾਂ ਨੇ ਹਦਾਇਤਾਂ ਵੀ ਕੀਤੀਆਂ, ਪਹਿਲੇ ਪੰਗਤ ਪਾਛੇ ਸੰਗਤ। ਉਹ ਸਾਡਾ ਜਿਹੜਾ ਕਲਚਰ ਹੈ, ਸਿੱਖ ਸੱਭਿਆਚਾਰ ਹੈ, ਉਹਦੇ ਵਿੱਚ ਘੱਟੋ ਘੱਟ ਇੰਨਾ ਕੁ ਸਾਨੂੰ ਇਹਨਾਂ ਛੋਟੇ ਛੋਟੇ ਵਿਅਕਤੀਗਤ ਅੰਧ ਵਿਸ਼ਵਾਸਾਂ ਤੋਂ ਜ਼ਰੂਰ ਮੁਕਤ ਹੋਣਾ ਚਾਹੀਦਾ ਕਿ ਇੰਨਾ ਵੀ ਆਪਣੇ ਆਪ ਤੇ ਡਰ ਨਾ ਪੈਦਾ ਕਰ ਲਈਏ। ਕਿਉਂਕਿ ਭਗਤ ਬਾਣੀ ਵਿੱਚ ਆਉਂਦਾ ਨਾ ਵੀ ਜੇ ਤੂੰ ਕਹਿੰਦਾ ਮੈਂ ਦੁੱਧ ਪੀਣਾ ਤੇ ਦੁੱਧ ਤੇ ਪਹਿਲਾਂ ਵੱਛਾ ਪੀ ਗਿਆ, ਜੇ ਤੂੰ ਕਹਿੰਦਾ ਮੈਂ ਫਲ ਜਿਹੜੇ ਸੁੱਚੇ ਖਾਣਾ ਤੇ ਫਲ ਤੇ ਪਹਿਲਾਂ ਤੋਤੇ ਨੇ ਟੁੱਕੇ ਹੋਏ ਆ। ਹਰ ਚੀਜ਼ ਵਿੱਚ ਜਰਾਸੀਮ ਹੈ, ਹਰ ਚੀਜ਼ ਕਿਸੇ ਨਾ ਕਿਸੇ ਚੀਜ਼ ਨੇ ਝੂਠੀ ਕੀਤੀ ਹੁੰਦੀ ਆ। ਮਤ ਸੋਚੀਏ ਵੀ ਜਿਹੜੀ ਖੰਡ ਆਉਂਦੀ ਆ, ਪੱਤੀ ਆਉਂਦੀ ਆ, ਵੀ ਇਹ ਸਾਰੀ ਪਵਿੱਤਰ ਆ, ਕਿਉਂਕਿ ਕਿੱਥੇ ਗੰਨਾ ਲੱਗਿਆ, ਗੰਨੇ ਨੂੰ ਜਿਹੜੀ ਆ ਗੋਹੇ ਦੀ ਰੂੜੀ ਪਾਈ ਗਈ, ਤੇ ਗੋਹਾ ਮੱਝਾਂ ਗਾਵਾਂ ਦਾ ਗੋਬਰ ਸੀਗਾ, ਗੋਬਰ ਨੇ ਉਹਨਾਂ ਚੋਂ ਵਿਕਾਸ ਕੀਤਾ, ਫਿਰ ਪਤਾ ਨਹੀਂ ਕਿਹਨੇ ਉਹਨੂੰ ਛਿੱਲਿਆ, ਭੰਨਿਆ, ਫਿਰ ਉਹ ਸ਼ੂਗਰ ਮਿਲ 'ਚ ਗਿਆ, ਫਿਰ ਉਹ ਖੰਡ ਬਣੀ। ਖੰਡ ਸਿੱਧੇ ਰੂਪ ਵਿੱਚ ਜਾਣੋ ਤੇ ਏਡੀ ਪਵਿੱਤਰ ਵੀ ਨਹੀਂ ਹੈਗੀ, ਪਰ ਜੋ ਸਾਡੇ ਸਾਹਮਣੇ ਆਈ ਆ ਉਹ ਸਾਫ਼ ਰੂਪ ਦੇ ਵਿੱਚ ਆ। ਇਸ ਕਰਕੇ ਕੋਈ ਚੀਜ਼ ਜਿਹੜੀ ਹੈ, ਪਵਿੱਤਰਤਾ ਤੇ ਅਪਵਿੱਤਰਤਾ ਬਹੁਤ ਕੁਝ ਮਨ ਨਾਲ ਜੁੜਿਆ ਹੁੰਦਾ। ਜੇ ਆਪਾਂ ਇਹਨਾਂ ਦੀ ਬਣਤਰ ਲਈ ਜਾਈਏ ਤੇ ਸਾਰੀਆਂ ਵਸਤੂਆਂ ਬਾਹਰੋਂ ਬਣਦੀਆਂ ਨੇ, ਫਿਰ ਸਾਡੇ ਸਾਹਮਣੇ ਬਹੁਤੀਆਂ ਤਾਂ ਨਹੀਂ ਬਣਦੀਆਂ। ਅਸੀਂ ਤਾਂ ਘਰ ਵਿੱਚ ਸਾਫ਼ ਬਰਤਨਾਂ ਵਿੱਚ ਬਣਾ ਸਕਦੇ ਹਾਂ, ਪਰ ਘੱਟੋ ਘੱਟ ਸਾਡੇ ਮਨਾਂ ਵਿੱਚੋਂ ਜਿਹੜਾ ਸਿੱਖ ਸਮਾਜ ਹੈ ਇਹ ਇੰਨਾ ਕੁ ਵੀ ਜ਼ਰੂਰ ਮੁਕਤ ਹੋਵੇ ਕਿ ਇੰਨੀ ਖਾਣ ਪੀਣ ਤੋਂ ਵੀ ਇੰਨੀ ਨਾ ਮੰਨਿਆ ਜਾਵੇ। ਔਰ ਵਿਸ਼ੇਸ਼ ਕਰਕੇ ਕਿਉਂਕਿ ਆਪਾਂ ਸਾਰੇ ਗੁਰੂ ਦੇ ਪ੍ਰਚਾਰਕ ਹਾਂ, ਮੈਂ 5 ਮਿੰਟ ਵਿੱਚ ਆਪਣੀ ਗੱਲ ਸਮਾਪਤ ਕਰਦਾ। ਗੁਰਬਾਣੀ ਵਿੱਚ ਆਉਂਦਾ, ਇੱਕ ਅਸੀਂ ਵਿਵੇਕ ਦਾਨ ਮੰਗਦੇ ਹਾਂ, ਇੱਕ ਅਸੀਂ ਭਰੋਸਾ ਦਾਨ ਮੰਗਦੇ ਹਾਂ। ਇਹ ਦੋ ਗੱਲਾਂ ਸਾਡੇ ਲਈ ਇਸ ਲਈ ਜ਼ਰੂਰੀ ਹੈ ਕਿ ਗੁਰਬਾਣੀ ਵਿੱਚ ਜਿੰਨੀ ਅਰਦਾਸ ਆਈ ਆ ਸ਼ਬਦ ਵਿਵੇਕ ਦਾਨ ਮੰਗਿਆ, ਪਰ ਪਿਛਲੇ ਸਾਲਾਂ ਤੋਂ ਸਾਡੇ ਤਰਕ ਜ਼ਿਆਦਾ ਭਾਰੂ ਹੋ ਗਿਆ। ਤਰਕ ਦਾ ਮਤਲਬ ਹੁੰਦਾ ਸ਼ੰਕਾ ਕਰਨਾ, ਵਿਵੇਕ ਦਾ ਅਰਥ ਹੁੰਦਾ ਸੱਤ ਤੇ ਅਸੱਤ ਦਾ ਨਿਖੇੜਾ ਕਰਨਾ। ਅਸੀਂ ਸ਼ੰਕਾਵਾਦੀਆਂ ਦਾ ਪੰਥ ਨਹੀਂ ਆ, ਅਸੀਂ ਵਿਵੇਕੀਆਂ ਦਾ ਪੰਥ ਹੈ। ਜਦੋਂ ਤਰਕਵਾਦੀਆਂ ਦਾ ਪੰਥ ਬਣਨ ਦੀ ਕੋਸ਼ਿਸ਼ ਕਰੂਗਾ ਤਾਂ ਸਾਡੇ ਕੁਝ ਪਿਛਲੇ ਸਮੇਂ ਤੋਂ ਪ੍ਰਚਾਰਕਾਂ ਨੇ, ਲੇਖਕਾਂ ਨੇ ਬਹੁਤ ਸਾਰਾ ਭੈੜੇ ਪੱਧਰ ਦੀਆਂ ਕਲਮਾਂ ਵੀ ਚਲਾਈਆਂ ਨੇ, ਜਿਨ੍ਹਾਂ ਨੇ ਇੰਨਾ ਕੁ ਤਰਕ ਕਰ ਦਿੱਤਾ ਕਿ ਮੇਰੇ ਖਿਆਲ ਸਿੱਖ ਨੂੰ ਸਿੱਖ ਵੀ ਨਹੀਂ ਰਹਿਣ ਦੇਣਗੇ।
उन्होंने अमृत वेले ते तर्क, अमृत दीआं बाणियां ते भी तर्क, दसम पातशाह दी बाणी ते भी तर्क, सरोवरां ते भी तर्क, अकाल तख्त ते भी तर्क, कमेटियां ते, संप्रदावां ते, टकसालां ते। मैं हर थां बेनती करदा हुन्ना, असीं सारा गुरु दा परिवार हां। चाहे कोई टकसाल है, मिशनरी कॉलेज है, स्टडी सर्कल है, श्रोमणी कमेटी है, अकाल तख्त है, चाहे गुरमत कॉलेज है, असीं तां सरबत दा भला मंगण वाली कौम है। साडे विच इह नहीं वितकरा होना चाहिए कि ये टकसाल वाले ने, ये मिशनरी ने, ये सानू सारिਆਂ ਨੂੰ फराख दिल होना पऊगा समाज ਨੂੰ। ਅਸੀਂ सारे गुरु ਦਾ परिवार ਹਾਂ, ਅਸੀਂ ਸਾਰੇ निर्मल पंथ ਦੇ ਵਾਰਸ ਹਾਂ। ਸਾਡੇ ਪਹਿਰਾਵੇ ਵਿੱਚ ਕੋਈ ਗੱਲ ਨਹੀਂ, ਸੰਪਰਦਾਵਾਂ ਟਕਸਾਲਾਂ ਦਾ ਇੱਕ ਪਹਿਰਾਵਾ ਹੁੰਦਾ ਕਿ ਸੰਪਰਦਾਵਾਂ ਵਿੱਚ ਸ਼ੀਸ਼ਾ ਨਹੀਂ ਰੱਖਿਆ ਜਾਂਦਾ। ਇਸ ਪੱਗ ਨੂੰ ਕਿਸੇ ਸਮੇਂ ਵਿੱਚ ਭਾਰਤ ਦੇ ਲੋਕ ਸ਼ਕੀਨੀ ਵਾਲੀ ਪੱਗ ਸਮਝਦੇ ਸਨ, ਅੱਜ ਸਾਡੀ ਆਮ ਰਵਾਇਤ ਹੈ। ਪਰ ਸੰਪਰਦਾਵਾਂ ਦੀ ਮਰਿਆਦਾ ਸੀ ਗੋਲ ਪੱਗ ਬੰਨਣੀ। ਇਹ ਜਿਹੜੇ ਵਿਤਕਰੇ ਨਾ ਸਹਿਜ ਭਾਵੀ, ਇਹ 84 ਤੋਂ ਬਾਅਦ ਖਾਸ ਕਰਕੇ ਸਾਨੂੰ ਸਿਧਾਂਤਕ ਤੌਰ 'ਤੇ ਲੜਾਉਣ ਵਾਸਤੇ 4-5 ਮੁੱਦਿਆਂ ਦੇ ਉੱਤੇ ਸਾਡੇ ਸਿੱਖੀ ਸਰੂਪ ਵਾਲੇ ਹੀ ਮੋਹਰੇ ਬਣਾ ਦਿੱਤੇ ਗਏ, ਔਰ ਸਾਡੀ 20 ਸਾਲਾਂ ਤੋਂ ਇਹ ਲੜਾਈ ਵੱਧਦੀ ਗਈ ਆ, ਘਟੀ ਨਹੀਂ ਆ। ਪਰ ਜਦੋਂ ਅਸੀਂ ਇੰਨੇ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ, ਇੱਕ ਪਾਸੇ ਵਿਸ਼ਵ ਦਾ ਭਲਾ ਮੰਗਦੇ ਹਾਂ, ਇੱਕ ਪਾਸੇ ਇੱਕ ਦੂਜੇ ਨਾਲ ਹੀ ਅਸੀਂ ਵਿਤਕਰਿਆਂ ਵਿੱਚ ਜਿਉਂਦੇ ਹਾਂ। मैं फिर बेनती करदा, असीं सारे गुरु का परिवार हाँ। कोई किसी भी सरूप विच रहिंदा, जिहड़ा जिहदा निश्चा बाणी दे उत्ते आ, गुरु ग्रंथ दे उत्ते आ, गुरु पंथ दे उत्ते आ, वो सारे गुरु दे प्यारे सिख ने। और साडियां सांझां इन्नियां चंगियां होणीआं चाहीदियां कि असीं सारे गुरु दे प्रचारक हैं। भरोसा एक हुंदा वसाह दान, एक भरोसा दान, असीं दो मंगदे हां। पंजाबी लोग सहज भावी वसाह ते भरोसे नूं एक समझदे ने। वसाह दा अर्थ हुंदा वक्ती किसी गल चंगी लगी वसाह कर लिया, वसाह का घात भी हो जाता, शब्द वसाह घात भी है, पर भरोसा घात किते शब्द नहीं है। भरोसा अंतम सच हुंदा भी गुरु दे उत्ते इन्ना भरोसा होवे, सतगुर मेरा मार जवाले, वो मार भी सकदा ते जिवा भी सकदा। इहनूं असीं कहने भरोसा। भरोसे वाला डोलदा नहीं हुंदा, भरोसे वाला सिदकी हुंदा, भरोसे वाला नफरत भी नहीं करदा, भरोसे वाला सरबत दे भले वाला हुंदा। तो भरोसे वाला इंज भी नहीं डोलदा भी जे कबर ते मेला लगा, मड़ी ते मेला लगा तो शनिवार छोलियां दा प्रसाद ले जाना। ये साडे अमृतसर विच भी मुश्किल आ गई आ कि शनिवार कुछ लोग सरों दा तेल चढ़ाउंदे ने ते गुरुद्वारियां विच काले छोले ते वो कुछ बना के प्रसाद लई आउंदे ने। जदों आपां मैं कहना तुसीं काले छोले सोमवार तो ऐतवार तक वंड लो, कोई इतराज नहीं आ, 7 दिन वंडो। पर जदों शनिवार एक भरम दे दी छोले खुराक तो बहुत वधिया, क्योंकि साडे चौथे पातशाह काले छोले तो घुंगणियां के रूप में बेचते रहे ने, चंगी खुराक है। जां तो इहनूं रोज़ाना ही हिस्सा बना लिया जाए भी ये सोमवार तो लैके ऐतवार तक वंडे जाणगे। पर जदों स्पैशल शनिवार आउंदे ने उदों भरम दे अधीन आउंदे ने। वो भरम जिहड़ा सिख नूं नहीं होना चाहिए। जे सिख वो भरम वाला नहीं हो सकता, तो जे भरम वाला फिर वो सिख नहीं हो सकता। एक फैसला करना पेगा। ये जिहड़ी गुरु पंथ की जां सिख सभ्याचार की मर्यादा है, आपां ते भरम तोड़ने सी। मैं तो कहना हुन्ना भी होलियां दे दिनां विच आपां नूं शगनां दे दिन कर ले चाहे, क्योंकि भारत दे विच जिहड़ियां होलियां दे दिन ने ना, इन्हां दिनां विच सारे ही जो पैलसां वाले हलवाई की सारे विहले बैठे हुंदे आ। ते सिखां नूं इह पहल कर लैणी चाहीदी आ कि भारती कल्चर दे विच इहनूं जे बुरा मंनदे आ ते सिखां नूं इह दिन सगों शगनां दे दिन मना लेने चाहिए। सस्ते भी पैणगे ते हर चीज़ उपलब्ध भी होएगी। मतलब सिखां नूं पहल करनी पैगी। साडे गुरु साहिबां ने पहल कीती है। भारती कल्चर दे विच जे टोकण की हिम्मत की है तो सतगुरां ने हिम्मत की है। और इसलिए उन्होंने कहा जो तो प्रेम खेलन का चाओ, सिर धर तली गली मेरी आओ। सिर तली ते धरन का मतलब है कि मेरी अकल मेरी मत हुण इहदे विच कोई नहीं, सतगुरु ये सिर तुहानूं सौंपिया, तुहाडी मत जो इहदे विच होएगी मैं इहदे अनुसार चलांगा। फिर 10वें जामे विच उन्होंने शरेआम सिर मंगे, सिखां ने शरेआम सिर दिते। और वो सिर देण दा मतलब भी है कि ये सतगुरु तुहाडे ही ने, ਇਹਦੇ ਵਿੱਚ जो है मत है, बुद्ध है, अकल है, ज्ञान है, विज्ञान है, तुहाडा। तो जदों सारा कुछ साडे सिर च गुरु दा होएगा तो मेरा ख्याल जिहड़ियां आ समस्यावां ने जिन्नियां साडियां पैदा हो चुकियां ने और जिन्नियां वध रहीआं ने, ये सहज भावी इस संसार तो जरूर खत्म हो जाणगियां। एक गल करके मैं समाप्ति करांगा। सोहण सिंह सीतल ने लिखिया कि जदों भंगाणी दा युद्ध होया तो एक सिख युद्ध कर रहा पर उन्हें म्यान चों तलवार कड्डी ना, म्यान दे समेत ही लड़ी जाए। पिछों किसी मेरे वर्गे ने आवाज़ दी, भलिया मानसा वो म्यान चों तलवार ते कढ़ लै। वो सिख ने जवाब दिता, कहंदा ना मैं लड़ना ना तलवार ने लड़ना,
ਲੜਨਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਖਸ਼ਿਸ਼ ਨੇ ਲੜਨਾ, ਤੇ ਜੇ ਉਹਨਾਂ ਦੀ ਬਖਸ਼ਿਸ਼ ਹੋਈ ਤੇ ਅਸੀਂ ਸਣਮਿਆਨੇ ਵੀ ਯੁੱਧ ਜਿੱਤ ਜਾਣਾ। ਇਹਨੂੰ ਮੈਂ ਕਹਿੰਦਾ ਹੁੰਦਾ ਭਰੋਸਾ। ਜੇ ਇੰਨਾ ਭਰੋਸਾ ਪੱਕਾ ਹੋਵੇ ਨਾ ਵੀ ਜੋ ਕਰੇਗਾ ਮੇਰੇ ਕਲਗੀਆਂ ਵਾਲੇ ਨੇ ਕਰ ਦੇਣਾ, ਤੇ ਮੇਰਾ ਖਿਆਲ ਕੋਈ ਸਮੱਸਿਆ ਵੀ ਨਹੀਂ ਆਉਂਦੀ। ਸਮੱਸਿਆ ਆਉਂਦੀ ਉਦੋਂ ਆ ਜਦੋਂ ਬੰਦਾ ਦੁਬਿਧਾ ਦੇ ਵਿੱਚ ਹੁੰਦਾ, ਦੋ ਵਿਚਾਰਾਂ ਦੇ ਵਿੱਚ ਹੁੰਦਾ, ਔਰ ਦੋ ਵਿਚਾਰ ਹਮੇਸ਼ਾ ਘਾਤਕ ਹੁੰਦੇ ਆ। ਇਸੇ ਲਈ ਸਤਿਗੁਰਾਂ ਨੇ ਕਿਹਾ ਪਰਮਾਤਮਾ ਇੱਕ ਹੈ। ਜਦੋਂ ਕਿ ਭਾਰਤੀ ਕਲਚਰ ਵਿੱਚ ਤਿੰਨ ਤਰ੍ਹਾਂ ਦੇ ਦੇਵਤੇ ਮੰਨੇ ਜਾਂਦੇ ਸੀ, ਪੈਦਾ ਕਰਨ ਵਾਲਾ ਹੋਰ ਹੈ, ਪਾਲਣ ਵਾਲਾ ਹੋਰ ਹੈ, ਤੇ ਮਾਰਨ ਵਾਲਾ ਹੋਰ ਹੈ। ਸਤਿਗੁਰਾਂ ਨੇ ਉਸੇ ਤਿੰਨਾਂ ਨੂੰ ਇੱਕ ਕੀਤਾ। ਉਹੀ ਪੈਦਾ ਕਰਦਾ, ਉਹੀ ਤੁਹਾਨੂੰ ਪਾਲਦਾ, ਉਹੀ ਸੰਘਾਰ ਕਰਦਾ। ਇੱਕ ਨੂੰ ਉਸੇ ਨੂੰ ਪੂਜੋ ਜਿਹਨੇ ਸਭ ਕੁਝ ਕਰਨਾ, ਜਿਹਨੇ ਸਭ ਕੁਝ ਦਿੱਤਾ। ਇਸ ਲਈ ਜਿਹੜਾ ਸਿੱਖ ਸੱਭਿਆਚਾਰ ਵਿੱਚ, ਸਿੱਖ ਫਲਸਫੇ ਵਿੱਚ, ਸਿੱਖ ਧਰਮ ਵਿੱਚ ਸਿੱਖ ਇੱਕ ਦਾ ਪੁਜਾਰੀ ਹੈ। ਇੱਕ ਜੋ ਕਰੇਗਾ ਉਹਦੇ ਭਾਣੇ 'ਚ ਰਹਿਣਾ ਸਿੱਖ ਨੂੰ ਉਪਦੇਸ਼ ਹੈ। ਮਾਨਸਿਕ ਸ਼ਕਤੀ ਵਾਸਤੇ ਬਾਣੀ ਪੜ੍ਹਨੀ ਜ਼ਰੂਰੀ ਹੈ, ਅੰਮ੍ਰਿਤ ਵੇਲਾ ਸਾਂਭਣਾ ਵੀ ਜ਼ਰੂਰੀ ਹੈ। ਸਿਆਣੇ ਕਹਿੰਦੇ ਬਾਣੀ ਕੰਠ ਸਦਾ ਬੈਕੁੰਠ। ਬਾਣੀ ਦਾ ਵੀ ਯਾਦ ਹੋਵੇ ਤੇ ਮਨੁੱਖ ਭਾਵੇਂ ਸਾਰੇ ਹਿੰਦੁਸਤਾਨ ਦੀਆਂ ਕਬਰਾਂ ਢਾਵੇ, ਕੁਛ ਨਹੀਂ ਹੁੰਦਾ। ਮੈਂ ਕਿ ਬੱਚਿਆਂ ਨੂੰ ਕਹਿੰਦਾ ਨਾ, ਤੁਸੀਂ ਮੂਲ ਮੰਤਰ ਦਾ ਪਾਠ ਕਰਕੇ ਨਾ ਭਾਵੇਂ ਜੋ ਰੋਡੇ ਸ਼ਾਹ ਦੀ ਤੇ ਜੋ ਕਾਲੇ ਮਹਿਰ ਦੀਆਂ ਕਬਰਾਂ ਢਾਓ, ਤੁਹਾਨੂੰ ਕੱਖ ਨਹੀਂ ਹੋਣਾ, ਪਰ ਤੁਹਾਡੇ ਕੋਲੇ ਮਾਨਸਿਕ ਸ਼ਕਤੀ ਜ਼ਰੂਰ ਹੋਵੇ। ਔਰ ਮੈਂ ਖਾਸ ਕਰਕੇ ਯੋਗੀ ਸਾਹਿਬ ਦੀ ਮੈਨੂੰ ਇੱਕ ਗੱਲ ਮੈਂ ਹਰ ਥਾਂ ਕਰਦਾ ਹੁੰਦਾ, ਉਹਨਾਂ ਨੇ ਆਪਣੇ ਪੈਰੋਕਾਰਾਂ ਦੇ ਮਨਾਂ ਵਿੱਚ ਇੱਕ ਭਾਵਨਾ ਪੈਦਾ ਕੀਤੀ ਹੈ ਕਿ ਤੁਸੀਂ ਚਾਹੇ ਡਰਾਈਵਿੰਗ ਕਰਨ ਲੱਗੇ ਹੋ, ਦੁਕਾਨ 'ਤੇ ਚੱਲੇ ਹੋ, ਬਿਜ਼ਨਸ 'ਤੇ ਚੱਲੇ ਹੋ, ਚਾਹੇ ਨੌਕਰੀ 'ਤੇ ਚੱਲੇ ਹੋ, ਐਗਜ਼ਾਮ ਦੇਣ ਚੱਲੇ ਹੋ, ਇੰਟਰਵਿਊ 'ਤੇ ਚੱਲੇ ਹੋ, ਤੁਸੀਂ 5 ਮੂਲ ਮੰਤਰ ਦੇ ਪਾਠ ਕਰਕੇ ਤੇ ਵਾਹਿਗੁਰੂ ਜੀ ਕੀ ਫਤਿਹ ਬੁਲਾ ਕੇ ਤੁਰ ਪਓ, ਤੁਹਾਡੀ ਹਰ ਮੈਦਾਨੇ ਫਤਿਹ ਹੋਏਗੀ। ਉਹਦੇ ਪੈਰੋਕਾਰਾਂ ਵਿੱਚ ਘੱਟੋ ਘੱਟ ਇਹ ਦ੍ਰਿੜ ਵਿਸ਼ਵਾਸ ਹੈ ਕਿ ਅਸੀਂ ਮੂਲ ਮੰਤਰ ਦੇ ਪਾਠ 5 ਕਰ ਲਏ ਤੇ ਫਤਿਹ ਬੁਲਾ ਲਈ, ਸਾਡੀ ਫਤਿਹ ਹੋਣੀ ਹੋਣੀ ਆ। ਇਹ ਦ੍ਰਿੜ ਵਿਸ਼ਵਾਸ ਵੀ ਜ਼ਰੂਰੀ ਹੈ, ਕਿਉਂਕਿ ਸਮਾਜ ਨੂੰ ਜਦੋਂ ਕਿਸੇ ਫੋਕਟ ਕਰਮਕਾਂਡ ਤੋਂ ਮੁਕਤ ਹੁੰਦਾ, ਕਿਸੇ ਅੰਧ ਵਿਸ਼ਵਾਸ ਤੋਂ ਮੁਕਤ ਹੁੰਦਾ, ਤੇ ਕੋਈ ਨਾ ਕੋਈ ਦੀਵਾ ਬਾਲਣਾ ਪੈਂਦਾ। ਜਿਉਂ ਅੰਧੇਰਾ ਦੀਪਕ ਬਾਲੀਐ, ਤਿਉਂ ਗੁਰ ਗਿਆਨ ਅਗਿਆਨਤ ਜਾਏ। ਹਨੇਰੇ ਦੀ ਕੋਈ ਹੋਂਦ ਨਹੀਂ ਹੁੰਦੀ, ਚਾਨਣ ਦੀ ਗੈਰ ਹਾਜ਼ਰੀ ਹੁੰਦੀ ਆ। ਅਗਿਆਨ ਦੀ ਕੋਈ ਹੋਂਦ ਨਹੀਂ ਹੁੰਦੀ, ਗਿਆਨ ਦੀ ਗੈਰ ਹਾਜ਼ਰੀ ਹੁੰਦੀ ਹੈ। ਇਸੇ ਲਈ ਆਪਾਂ ਗਿਆਨ ਧਿਆਨ ਦੀਆਂ ਗੱਲਾਂ ਕਰਦੇ ਹਾਂ। ਜਦੋਂ ਗਿਆਨ ਆਇਆ, ਅਗਿਆਨਤਾ ਦਾ ਹਨੇਰਾ ਆਪਣੇ ਆਪ ਦੂਰ ਹੋ ਜਾਣਾ। ਇਹ ਅਗਿਆਨਤਾ ਭਾਰਤੀ ਸੱਭਿਆਚਾਰ ਵਿੱਚ ਪਿਛੋਕੜ ਤੋਂ ਤੁਰੀ ਆਈ ਆ, ਲੋਕ ਮਨਾਂ 'ਚ ਤੁਰੀ ਆਈ ਆ, ਪੀੜ੍ਹੀ ਦਰ ਪੀੜ੍ਹੀ ਤੁਰੀ ਆਈ ਹੈ। ਪਰ ਸਤਿਗੁਰਾਂ ਨੇ 240 ਸਾਲਾਂ ਦੇ ਸਰੀਰਕ ਜਾਮੇ ਦੇ ਵਿੱਚ ਇਸ ਅਗਿਆਨਤਾ ਨੂੰ ਦੂਰ ਕਰਨ ਵਾਸਤੇ ਸਾਨੂੰ ਗੁਰਬਾਣੀ ਦਿੱਤੀ। ਭਾਈ ਗੁਰਦਾਸ ਜੀ ਦੀਆਂ ਵਾਰਾਂ ਕਵਿਤ ਸਵਈਏ ਨੇ, ਦਸਮ ਪਾਤਸ਼ਾਹ ਦੀ ਬਾਣੀਆਂ, ਔਰ ਵਾਰ-ਵਾਰ ਸਾਨੂੰ ਗਿਆਨ ਵਾਲੇ ਪਾਸੇ ਪ੍ਰੇਰਦੀ ਹੈ ਕਿ ਮੇਰਾ ਸਿੱਖ ਜਿਹੜਾ ਕਿਸੇ ਵੀ ਹੋਰ ਅੰਧ ਵਿਸ਼ਵਾਸ ਵਿੱਚ ਨਹੀਂ ਜੀਊਗਾ, ਕਿਉਂਕਿ ਕਾਲ ਦਾ ਪੁਜਾਰੀ ਆ। ਇੰਨਾ ਕੁਝ ਕਹਿੰਦਾ ਹੋਇਆ ਜੀ ਮੈਂ ਸਭਨਾਂ ਦਾ ਧੰਨਵਾਦੀ ਹਾਂ। ਔਰ ਅਸੀਂ ਉਮੀਦ ਰੱਖਦੇ ਹਾਂ ਆਪਾਂ ਸਾਰੇ ਗੁਰੂ ਦੇ ਪ੍ਰਚਾਰਕ ਹਾਂ, ਜਿੱਥੇ ਵੀ ਬੈਠੀਏ ਘੱਟੋ ਘੱਟ ਲੋਕ ਮਨਾਂ ਦੇ ਵਿੱਚੋਂ ਇਸ ਹਨੇਰੇ ਨੂੰ ਦੂਰ ਕਰ ਸਕੀਏ, ਤੇ ਸਤਿਗੁਰੂ ਕਿਰਪਾ ਕਰਨਗੇ, ਚੜ੍ਹਦੀ ਕਲਾ ਹੋਏਗੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਡਾਕਟਰ ਸਾਹਿਬ। ਇਹ ਵਿਸ਼ਾ ਡਾਕਟਰ ਸਾਹਿਬ ਦਾ ਇਸ 'ਤੇ ਬਹੁਤ ਸਟੱਡੀ ਹੈ, ਔਰ ਮੈਂ ਜਿਹੜੀਆਂ 3 ਕਿਤਾਬਾਂ ਤੁਹਾਨੂੰ ਲਿਖਾਈਆਂ ਵੀ ਸੀ ਬਰਮ ਸਿੰਘ, ਉਹ ਸਾਰਾ ਇਸ ਵਿਸ਼ੇ 'ਤੇ ਹੀ ਉਹ ਕਿਤਾਬ ਹੈ ਸਾਰੀ। ਬਾਈ ਬਰਮ ਤੋੜ ਸਿੰਘ। ਤੋ ਇੱਕ ਗੱਲ ਸਾਨੂੰ ਹੁਣ ਜਿਹੜੀ ਹਮੇਸ਼ਾ ਯਾਦ ਰੱਖਣੀ ਹੈ, ਔਰ ਜਿਹੜੀ ਅਸੀਂ ਇੱਥੇ ਸ਼ੁਰੂ ਤੋਂ ਇਸ ਕੋਰਸ ਦੇ ਵਿੱਚ ਸਾਡੀ ਇਹ ਮਨਸ਼ਾ ਵੀ ਹੈ, ਉਹ ਹੀ ਹੈ ਕਿ ਇੱਕ ਗੱਲ ਸਾਨੂੰ ਹਮੇਸ਼ਾ ਯਾਦ ਜਿਹੜੀ ਸਾਰੇ ਮਾਸਿਸ ਤੱਕ ਅਸੀਂ ਇਹ ਪਹੁੰਚਾਉਣੀ ਹੈ ਕਿ ਕੌਮਾਂ ਦਾ ਦੁਰਾ ਉਹਨਾਂ ਦੇ ਧਰਮ ਗ੍ਰੰਥ ਹੁੰਦੇ ਨੇ, ਔਰ ਜੋ ਕੌਮਾਂ ਕਰਮ ਕਾਂਡਾਂ ਔਰ ਰਸਮਾਂ ਰਿਵਾਜ਼ਾਂ ਨੂੰ ਆਪਣਾ ਧਰਮ ਸਮਝਦੀਆਂ ਨੇ, ਉਹ ਅਗਿਆਨਤਾ ਦੇ ਅੰਧੇਰੇ ਵਿੱਚ ਹਮੇਸ਼ਾ ਲਈ ਡੁੱਬ ਜਾਂਦੀਆਂ ਨੇ। ਇਹ ਵਾਰ-ਵਾਰ ਗੱਲ ਅਸੀਂ ਇੱਥੋਂ ਸ਼ੁਰੂ ਤੋਂ ਹੀ ਕਹਿੰਦੇ ਆ ਰਹੇ ਹਾਂ ਕਿ ਮਨਾਂ ਵਿੱਚ ਫੈਲੀ ਜਿਹੜੀ ਧੁੰਦ ਹੈ, ਇਹ ਹਨੇਰੇ ਤੋਂ ਵੀ ਜ਼ਿਆਦਾ ਖਤਰਨਾਕ ਹੁੰਦੀ ਹੈ। ਔਰ ਅੰਧ ਵਿਸ਼ਵਾਸੀ ਜਿਹੜਾ ਬੰਦਾ ਹੈ, ਉਹ ਹਮੇਸ਼ਾ ਕਮਜ਼ੋਰ ਮਨਾਂ ਦੀ ਪੈਦਾਇਸ਼ ਹੈ। ਤੋ ਇਹ ਜਿਹੜਾ ਅਸੀਂ ਅੱਜ ਦਾ ਟੌਪਿਕ ਰੱਖਿਆ, ਇਹ ਟੌਪਿਕ ਸਿਰਫ ਇਸ ਲਈ ਰੱਖਿਆ ਕਿ ਜਦੋਂ ਅਸੀਂ ਦੇਖਦੇ ਹਾਂ ਆਪਣੇ ਆਸ-ਪਾਸ, ਅਸੀਂ ਅੰਧ ਵਿਸ਼ਵਾਸ ਔਰ ਕਰਮ ਕਾਂਡਾਂ ਵਿੱਚ ਇਤਨੇ ਗ੍ਰਸਤ ਹੋ ਚੁੱਕੇ ਹਾਂ ਕਿ ਪੜ੍ਹਨ ਪੜ੍ਹਾਉਣ ਦੀ ਜਿਹੜੀ ਗੱਲ ਹੈ ਉਹ ਸਾਡੇ ਮਨਾਂ ਵਿੱਚੋਂ ਹੀ ਜਾਂ ਜ਼ਹਿਨਾਂ ਵਿੱਚੋਂ ਹੀ ਨਿਕਲੀ ਹੈ। ਤੋ ਇੱਕ ਉਹ ਭਾਈ ਗੁਰਦਾਸ ਦੀ ਬੜੀ ਖੂਬਸੂਰਤ ਲਾਈਨ ਹੈ ਕਿ ਉਹ ਪੁੱਛਤ ਹੈ ਪਥ ਤੇ ਮਾਰਗ ਨਾ ਧਰੇ ਪੱਗ, ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਸੇ ਜਾਏਂਗੇ।
तो पूछत है वैद खात ओखद न संजम से, कैसे मिटे रोग सुख सहज समाइए। भी रोग मिटेगा किवें जब तक असी जिहड़ी दवाई है उन्होंने संजम नाल या मर्यादा नाल नहीं खावांगे। और दवाई यही है पढ़न पढ़ाउण दी, इलम दी, नॉलेज दी, विरच्यूज़ दी, विचार दी। ये गल जिहड़ी है सानू अपनानी पेगी। गुरु ग्रंथ साहिब नू पढ़िए, गुरु ग्रंथ साहिब नू समझिए, गुरु ग्रंथ साहिब नू फॉलो करिए।